Hello everyone, welcome back to my YouTube channel. I hope you all are doing great in your lives. So आज का जो लेक्चर है ਉਹਦੇ ਵਿੱਚ ਆਪਾਂ ਗੱਲ ਕਰਾਂਗੇ ਮਨੀ ਮੈਨੇਜਮੈਂਟ ਬਾਰੇ. So what actually is money management? Management means ਕਿਸੇ ਚੀਜ਼ ਨੂੰ ਆਰਗੇਨਾਈਜ਼ ਰੱਖਣਾ, ਕਿਸੇ ਚੀਜ਼ ਨੂੰ ਮੈਨੇਜ ਕਰਨਾ. ਮਨੀ ਮੈਨੇਜਮੈਂਟ ਔਰ ਫਾਈਨੈਂਸ਼ੀਅਲ ਮੈਨੇਜਮੈਂਟ ਅਗਰ ਮੈਂ ਗੱਲ ਕਰਾਂ ਤਾਂ ਇਹ ਚੈਪਟਰ ਕਿੱਥੇ ਕਿੱਥੇ ਯੂਜ਼ ਹੁੰਦਾ ਹੈ. ਅਗਰ ਤੁਸੀਂ UGC ਦਾ ਪੇਪਰ ਦੇ ਰਹੇ ਹੋ, ਅਗਰ ਹੋਮ ਸਾਇੰਸ UGC ਦੇ ਵਿੱਚ ਤੁਸੀਂ ਲੈ ਰਹੇ ਹੋ ਤਾਂ ਉਹਦੇ ਵਿੱਚ ਇਹ ਚੈਪਟਰ ਬੜਾ ਇੰਪੋਰਟੈਂਟ ਹੈ. ਇਸ ਤੋਂ ਜਿਹੜੀ ਸੀਰੀਜ਼ ਆਏਗੀ ਉਹ ਸਾਰੀ ਇੱਦਾਂ ਹੀ ਆਏਗੀ, ਮਨੀ ਮੈਨੇਜਮੈਂਟ, ਟਾਈਮ ਮੈਨੇਜਮੈਂਟ, એનર્ਜੀ ਮੈਨੇਜਮੈਂਟ. ਠੀਕ ਹੈ, ਹੋਰ ਵੀ ਅਗਰ ਕੋਈ ਤੁਹਾਨੂੰ ਪ੍ਰੋਬਲਮ ਹੈ ਤੁਸੀਂ ਪੁੱਛ ਸਕਦੇ ਹੋ ਕਮੈਂਟ ਬਾਕਸ 'ਚ. ਐਂਡ ਇਹਦੇ ਵਿੱਚ ਹੋਰ BSc ਹੋਮ ਸਾਇੰਸ, BA ਹੋਮ ਸਾਇੰਸ, ਹੋਰ ਵੀ ਬਹੁਤ ਸਾਰੇ ਜਗ੍ਹਾ 'ਤੇ ਹੋਰ ਵੀ ਬਹੁਤ ਸਾਰੇ ਐਗਜ਼ਾਮਸ ਦੇ ਵਿੱਚ ਇਹ ਚੈਪਟਰ ਜਿਹੜਾ ਹੈ ਆਉਂਦਾ ਹੈ. ਸੋ ਫਾਈਨੈਂਸ਼ੀਅਲ ਮੈਨੇਜਮੈਂਟ ਔਰ ਮਨੀ ਮੈਨੇਜਮੈਂਟ, ਇਹਦੇ ਵਿੱਚ ਜੋ ਆਪਾਂ ਚੀਜ਼ਾਂ ਪੜ੍ਹਾਂਗੇ ਉਹ ਪੜ੍ਹਾਂਗੇ ਵਾਟ ਆਰ ਦ ਟਾਈਪਸ. ਫਸਟਲੀ ਇਨਕਮ ਕੀ ਹੁੰਦੀ ਆ, ਫੈਮਿਲੀ ਇਨਕਮ, ਉਹਦੀਆਂ ਟਾਈਪਸ, ਫਿਰ ਵਾਟ ਇਜ਼ ਬਜਟਿੰਗ, ਵਾਟ ਇਜ਼ ਦ ਮੀਨਸ ਆਫ ਸਪਲੀਮੈਂਟਰੀ ਜਾਂ ਫੈਮਿਲੀ ਇਨਕਮ, ਸੇਵਿੰਗਸ ਕੀ ਹੁੰਦੀ ਹੈ, ਐਡਵਾਂਟੇਜਿਸ ਕੀ ਹੈ ਬਜਟ ਦੇ, ਡਿਸਐਡਵਾਂਟੇਜਿਸ ਕੀ ਹੈ, ਸਾਰੀਆਂ ਚੀਜ਼ਾਂ ਆਪਾਂ ਪੜ੍ਹਾਂਗੇ. ਠੀਕ ਹੈ, ਸੋ ਫਸਟਲੀ ਵੀ ਸਟਾਰਟ ਵਿਦ ਅ ਮਨੀ. ਹੁਣ ਮਨੀ ਕੀ ਹੈ? ਮਨੀ ਇੱਕ ਇੰਪੋਰਟੈਂਟ ਮਟੀਰੀਅਲ ਰਿਸੋਰਸ ਹੈਗਾ ਹੈ. ਠੀਕ ਹੈ, ਮਤਲਬ ਮਟੀਰੀਅਲ ਰਿਸੋਰਸ ਜਿਹਨੂੰ ਅਸੀਂ ਫੀਲ ਕਰ ਸਕਦੇ ਹਾਂ ਜੋ ਸਾਡੇ ਕੋਲ ਹੁੰਦਾ. ਮਟੀਰੀਅਲ ਰਿਸੋਰਸ ਮਤਲਬ ਮਨੀ ਬਹੁਤ ਇੰਪੋਰਟੈਂਟ ਆ. ਠੀਕ ਹੈ, ਇਟ ਹੈਜ਼ ਅ ਪਰਚੇਜ਼ਿੰਗ ਪਾਵਰ, ਇਟ ਕੈਨ ਬੀ ਯੂਜ਼ਡ ਟੂ ਬਾਈ ਆਲ ਗੁੱਡਸ ਐਂਡ ਸਰਵਿਸਿਜ਼ ਰਿਕੁਆਇਰਡ ਬਾਈ ਇੰਡੀਵਿਜੂਅਲ. ਹੁਣ ਵਾਟ ਇਜ਼ ਅ ਮਨੀ ਮੈਨੇਜਮੈਂਟ? ਮਨੀ ਮੈਨੇਜਮੈਂਟ ਕੀ ਹੁੰਦੀ ਹੈ? ਮਨੀ ਨੂੰ ਅੱਛੇ ਤਰੀਕੇ ਨਾਲ ਮੈਨੇਜ ਕਰਕੇ ਰੱਖਣਾ ਸੋ ਦੈਟ ਫਿਊਚਰ ਨੀਡਸ ਔਰ ਫਿਊਚਰ ਗੋਲਸ ਵਾਸਤੇ ਉਹ ਸਾਡੇ ਕੋਲ ਪ੍ਰੀਸੀਵ ਰਵੇ. ਠੀਕ ਹੈ, ਸੋ ਫਸਟਲੀ ਆਪਾਂ ਗੱਲ ਕਰਾਂਗੇ ਦ ਅਮਾਊਂਟ ਆਫ ਮਨੀ. ਫਸਟਲੀ ਆਪਾਂ ਗੱਲ ਕਰਾਂਗੇ ਵਾਟ ਇਜ਼ ਦ ਇਨਕਮ ਆਫ ਦ ਫੈਮਿਲੀ. ਫੈਮਿਲੀ ਇਨਕਮ ਕੀ ਹੁੰਦੀ ਹੈ? ਸੋ ਅਗਰ ਮੈਂ ਥੋੜਾ ਜਿਹਾ ਕਲੀਅਰ ਕਰਾਂ ਮਨੀ ਮੈਨੇਜਮੈਂਟ, ਤਾਂ ਫਸਟਲੀ ਆਪਾਂ ਗੱਲ ਕਰਾਂਗੇ ਫੈਮਿਲੀ ਇਨਕਮ ਬਾਰੇ. ਠੀਕ ਹੈ, ਵਾਟ ਇਜ਼ ਫੈਮਿਲੀ ਇਨਕਮ. ਇਹਦੇ ਨਾਲ ਮੈਂ ਥੋੜੇ ਕੁਐਸਚਨ ਵੀ ਦੱਸੀ ਜਾਊਂਗੀ ਕਿੱਦਾਂ ਕਿੱਦਾਂ ਕੁਐਸਚਨ ਆ ਸਕਦੇ. ਜਿਵੇਂ ਕੁਐਸਚਨ ਆ ਸਕਦਾ ਹੈ explain family income. ठीक है, explain family income and its types in detail. ठीक है, this could be your, मैं उधर नहीं लिख रही अगर क्लियर ना हो, this could be your one question. ਇਹ ਤੁਹਾਨੂੰ ਕੁਐਸਚਨ ਆ ਸਕਦਾ ਹੈ. ਠੀਕ ਹੈ, ਫੈਮਿਲੀ ਇਨਕਮ ਕੀ ਹੁੰਦੀ ਆ, ਉਹਦੀਆਂ ਟਾਈਪਸ ਦੱਸੋ. ਐਂਡ ਇਹ 'ਚ ਆਪਾਂ ਥੋੜਾ ਡਿਟੇਲ 'ਚ ਜਾਵਾਂਗੇ. ਉਸ ਤੋਂ ਬਾਅਦ ਕੋਈ ਹੋਰ ਸਿੰਪਲ ਕੁਐਸਚਨ ਵੀ ਵਿੱਚੋਂ ਪੁੱਛ ਸਕਦੇ ਆ. ਸੋ ਫੈਮਿਲੀ ਇਨਕਮ ਕੀ ਹੁੰਦੀ ਆ? ਦ ਅਮਾਊਂਟ ਆਫ ਮਨੀ ਅ ਫੈਮਿਲੀ receives in a specific period of time in a form of currency or services. ਹੁਣ ਮਨੀ ਔਰ ਫੈਮਿਲੀ ਇਨਕਮ. ਠੀਕ ਹੈ, ਫੈਮਿਲੀ ਇਨਕਮ ਦੀ ਗੱਲ ਕਰੀਏ ਤਾਂ ਇਨਕਮ ਸਿਰਫ ਜਿਹੜੀ ਇਹਦੇ ਵਿੱਚ ਆਏਗੀ ਉਹ ਮਨੀ ਨਾਲ ਨਹੀਂ ਹੋਏਗੀ. ਠੀਕ ਹੈ, ਇੱਕ ਚੀਜ਼ ਰਿਮੈਂਬਰ ਮਤਲਬ ਬਹੁਤ ਜ਼ਰੂਰੀ ਹੈ ਸਮਝਣੀ ਕਿ ਇਹਦੇ ਵਿੱਚ ਜੋ ਵੀ ਆਪਾਂ ਗੱਲ ਕਰਾਂਗੇ ਫੈਮਿਲੀ ਇਨਕਮ ਬਾਰੇ ਉਹ ਦੋ ਤਰ੍ਹਾਂ ਨਾਲ ਹੋਏਗੀ. ਇੱਕ ਤਾਂ ਹੋਏਗੀ ਮਨੀ ਔਰ ਇੱਕ ਹੋਏਗੀਆਂ ਇੰਪੋਰਟੈਂਟ ਸਰਵਿਸਿਜ਼ ਜੋ ਸਾਨੂੰ ਮਿਲਦੀਆਂ ਹੈ. ਠੀਕ ਹੈ, ਅਗਰ ਵੈਦਰ ਅਸੀਂ ਜੌਬ ਕਰ ਰਹੇ ਹਾਂ, ਕਿਤੇ ਲੱਗੇ ਹੋਏ ਹਾਂ, ਉੱਥੇ ਅਗਰ ਕੋਈ ਸਰਵਿਸਿਜ਼ ਹੈ, ਕਮਿਊਨਿਟੀ ਸਰਵਿਸਿਜ਼ ਹੈ, ਇਹ ਜਿਹੜੀਆਂ ਸਾਨੂੰ ਮਿਲਦੀਆਂ ਦੈਟ ਇਜ਼ ਆਲਸੋ ਇਨਕਲੂਡਿਡ ਇਨ ਦ ਫੈਮਿਲੀ ਇਨਕਮ. ਸੋ ਫੈਮਿਲੀ ਇਨਕਮ ਸਿਰਫ ਤੇ ਸਿਰਫ ਮਨੀ ਨਾਲ ਜੋ ਫੈਮਿਲੀ ਰਿਸੀਵ ਕਰਦੀ ਹੈ ਉਹਦੇ ਨਾਲ ਨਹੀਂ ਹੁੰਦੀ, ਅਦਰ ਸਰਵਿਸਿਜ਼ ਨਾਲ ਵੀ ਹੁੰਦੀ ਹੈ. ਠੀਕ ਹੈ, तो income received from all sources in the form of money, services and facilities is included in the family income. ठीक है, so according to Burgess and Ogle, family income can be defined as a money or a purchasing power earned by a family during a specific period of time. एक बहुत चीज़ इंपॉर्टेंट है कि ਜਦੋਂ ਆਪਾਂ ਡੈਫੀਨੇਸ਼ਨਸ ਲਿਖਦੇ ਹਾਂ, ਸੋ ਡੈਫੀਨੇਸ਼ਨਸ ਅਗਰ ਕਿਤੇ ਲਿਖਿਆ ਹੁੰਦਾ ਨਾ ਅਕੋਰਡਿੰਗ ਟੂ ਜਿਵੇਂ ਵਰਗੀਜ਼ ਐਂਡ ਓਗਲੇ, ਅਕੋਰਡਿੰਗ ਟੂ ਨਿਗਲ ਐਂਡ ਡੋਰਸੀ, ਇਹ ਲਿਖਣਾ ਬਹੁਤ ਇੰਪੋਰਟੈਂਟ ਹੁੰਦਾ. ਠੀਕ ਹੈ, ਮਤਲਬ ਅਗਰ ਤੁਹਾਨੂੰ ਯਾਦ ਰਹਿੰਦਾ ਤਾਂ ਵੈਲ ਐਂਡ ਗੁੱਡ, ਵੈਸੇ ਜ਼ਰੂਰ ਇਹਨੂੰ ਯਾਦ ਰੱਖਿਆ ਕਰੋ ਐਂਡ ਲਿਖਿਆ ਕਰੋ ਕੁਐਸਚਨ ਜਦੋਂ ਆਉਂਦਾ ਹੈ. ਠੀਕ ਹੈ, ਫਸਟਲੀ ਆਹ ਵਾਲੀ ਡੈਫੀਨੇਸ਼ਨ ਲਿਖ ਲਈ, ਇਹ ਤਾਂ ਇੱਕ ਸਿੰਪਲ ਡੈਫੀਨੇਸ਼ਨ ਆ. ਹੁਣ ਇੱਕ ਆ ਦੋ ਜਾਣਿਆਂ ਨੇ ਇਹ ਗੱਲ ਕਹੀ, ਹੁਣ ਦੋ ਜਾਣਿਆਂ ਨੇ ਇਹ ਵਾਲੀ ਗੱਲ ਕਹੀ ਕਿ ਫੈਮਿਲੀ ਇਨਕਮ ਇਜ਼ ਦੈਟ ਸਟਰੀਮ ਆਫ ਮਨੀ, ਗੁੱਡਸ ਐਂਡ ਸਰਵਿਸਿਜ਼, satisfaction that comes under the control of a family that is used by them to satisfy their needs and desires. ठीक है, ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਕਲੀਅਰ ਹੋਣੀਆਂ ਚਾਹੀਦੀਆਂ. ਹੁਣ ਕਹਿੰਦੇ on the basis of these definitions, these all three definitions, ਇਨਕਮ ਨੂੰ ਇਹਨਾਂ ਨੇ ਦੋ ਤਰੀਕੇ ਨਾਲ ਡਿਵਾਈਡ ਕੀਤਾ ਹੈ. ਹੁਣ ਪੇਪਰ ਨੂੰ ਅਟੈਂਪਟ ਕਰਨ ਦਾ ਵੀ ਥੋੜਾ, ਅਗਰ ਤੁਸੀਂ ਦੇਖੋ ਅਗਰ ਕੁਐਸਚਨ ਆ ਗਿਆ ਆਹ ਵਾਲਾ, ਇਹਨੂੰ ਸੋਲਵ ਕਿੱਦਾਂ ਕਰਨਾ ਹੈ. ਫਸਟਲੀ ਅਸੀਂ ਡੈਫੀਨੇਸ਼ਨ ਲਿਖਦੀ ਫੈਮਿਲੀ ਇਨਕਮ ਦੀ. ਠੀਕ ਹੈ, ਇੱਕ ਡੈਫੀਨੇਸ਼ਨ ਲਿਖਤੀ ਮੇਨ. ਉਸ ਤੋਂ ਬਾਅਦ ਅਗਰ ਤੁਹਾਨੂੰ ਉਹ ਵਾਲੀ ਯਾਦ ਆ ਅਕੋਰਡਿੰਗ ਟੂ ਵਿਜਲੇ ਤੁਸੀਂ ਉਹ ਵਾਲੀ ਕੋਈ ਇੱਕ ਡੈਫੀਨੇਸ਼ਨ ਲਿਖ ਸਕਦੇ ਹੋ. ਠੀਕ ਹੈ, ਉਸ ਤੋਂ ਬਾਅਦ ਅਗਰ ਟਾਈਪਸ ਆ ਗਿਆ, ਸੋ ਫਸਟਲੀ ਆਪਾਂ ਲਿਖਾਂਗੇ ਟਾਈਪਸ. ਠੀਕ ਹੈ, ਟਾਈਪਸ ਨੂੰ ਪਹਿਲਾਂ ਤਾਂ ਆਪਾਂ ਇੱਦਾਂ ਦੱਸਾਂਗੇ ਕਿ ਦੋ ਤਰ੍ਹਾਂ ਦੀ ਟਾਈਪ ਹੈ. ਕਿਹੜੀਆਂ? ਡਾਇਰੈਕਟ ਇਨਕਮ ਔਰ ਇਨਡਾਇਰੈਕਟ. डायरेक्ट इनकम और इनडायरेक्ट. ठीक है,
ਜਦੋਂ ਆਪਾਂ ਇਦਾਂ ਫਲੋ ਚਾਰਟ ਬਣਾਉਂਦੇ ਹਾਂ, ਇੱਕ ਤਾਂ ਕਲੀਅਰ ਹੁੰਦਾ ਹੈ, ਦੂਸਰਾ ਬਹੁਤ ਅੱਛੇ ਦੇ ਨੰਬਰਸ ਵੀ ਮਿਲਦੇ ਆ ਪੇਪਰਸ ਦੇ ਵਿੱਚ, ਪਤਾ ਲੱਗਦਾ ਹੈ ਕਿ ਤੁਸੀਂ ਅੱਛੀ ਤਰ੍ਹਾਂ ਪੜ੍ਹਿਆ ਹੈਗਾ, ਠੀਕ ਹੈ। ਜਿਹੜਾ ਸਾਡਾ ਚੈੱਕਰ ਹੁੰਦਾ ਹੈ ਉਹ ਅੱਛੇ ਨੰਬਰ ਦਿੰਦਾ ਹੈ। ਸੋ ਫਸਟ ਆ ਗਿਆ ਸਾਡੇ ਕੋਲ ਡਾਇਰੈਕਟ ਇਨਕਮ, ਦੈਨ ਆ ਗਿਆ ਇਨਡਾਇਰੈਕਟ ਇਨਕਮ। ਹੁਣ ਅੱਗੇ ਆਪਾਂ ਇਹਨਾਂ ਨੂੰ ਸੋਲਵ ਕਰਾਂਗੇ ਕਿ ਦੇ ਆਰ ਵੇਰੀਅਸ ਟਾਈਪਸ। ਅਸੀਂ ਇੱਥੇ ਹੈਡਿੰਗ ਵੀ ਲਿਖ ਸਕਦੇ ਹਾਂ, ਠੀਕ ਹੈ, ਟਾਈਪਸ ਆਫ ਫੈਮਿਲੀ ਇਨਕਮ, ਫਿਰ ਟਾਈਪਸ ਦੀ ਹੈਡਿੰਗ ਪਾ ਕੇ ਡਾਇਰੈਕਟ ਇਨਕਮ। ਹੁਣ ਅਸੀਂ ਫਸਟ ਲਿਖਾਂਗੇ ਡਾਇਰੈਕਟ ਇਨਕਮ ਐਂਡ ਉਹਨੂੰ ਅੱਗੇ ਅਸੀਂ ਉਹਦੇ ਬਾਰੇ ਐਕਸਪਲੇਨ ਕਰਾਂਗੇ। ਡਾਇਰੈਕਟ ਇਨਕਮ ਕੀ ਹੁੰਦੀ ਆ? ਉਹ ਵਾਲੀ ਇਨਕਮ ਜੋ ਫੈਮਿਲੀ ਨੂੰ ਮਿਲਦੀ ਆ ਇਨ ਦ ਫਾਰਮ ਆਫ ਮਨੀ, ਠੀਕ ਹੈ। ਇਹ ਤੁਸੀਂ ਇਹਦੀ ਸਕਰੀਨਸ਼ਾਟ ਲੈ ਸਕਦੇ ਹੋ ਅਗਰ ਤੁਸੀਂ ਇਹ ਵਾਲੀ ਚੂਜ਼ ਕਰਨੀ ਹੈ, ਕਿਉਂਕਿ ਬੁੱਕ 'ਚ ਬਹੁਤ ਅੱਛੀ ਸਿੰਪਲ ਵਰਡਿੰਗ ਦੇ ਵਿੱਚ ਲਿਖਿਆ ਹੈ। ਡਾਇਰੈਕਟ ਇਨਕਮ ਇਜ਼ ਦ ਇਨਕਮ ਦੈਟ ਦ ਫੈਮਿਲੀ ਗੈਟਸ ਇਨ ਦ ਫਾਰਮ ਆਫ ਮਨੀ, ਜੋ ਸਾਨੂੰ ਮਨੀ ਤੋਂ ਮਿਲਦੀ ਆ। ਹੁਣ ਮਨੀ ਜਿਵੇਂ ਕੋਈ ਸੈਲਰੀ ਹੋ ਸਕਦੀ ਹੈ, ਅਗਰ ਕੋਈ ਬੰਦਾ ਜੌਬ ਕਰ ਰਿਹਾ, ਅਗਰ ਤੁਹਾਡੇ ਕੋਲ ਕੋਈ ਪ੍ਰੋਪਰਟੀ ਹੈ ਐਂਡ ਤੁਸੀਂ ਉਹਨੂੰ ਰੈਂਟ 'ਤੇ ਦਿੱਤਾ ਹੈ, ਜਾਂ ਫਿਰ ਉਹਦੇ ਤੋਂ ਤੁਹਾਨੂੰ ਪੈਸੇ ਆ ਰਹੇ ਆ, ਤੁਹਾਨੂੰ ਸੈਲਰੀ ਆਈ, ਤੁਹਾਡਾ ਬਿਜ਼ਨਸ ਹੈ, ਆਕੂਪੇਸ਼ਨ ਹੈ, ਸਾਰੀਆਂ ਚੀਜ਼ਾਂ, ਠੀਕ ਹੈ, ਜਦੋਂ ਮਿਲਦੀਆਂ ਉਹਨੂੰ ਅਸੀਂ ਡਾਇਰੈਕਟ ਇਨਕਮ ਕਹਿੰਦੇ ਹਾਂ, ਠੀਕ ਹੈ। ਹੁਣ ਕਹਿੰਦੇ ਸਮ ਫੈਮਲੀਜ਼ ਆਲਸੋ ਹੈਵ ਸਮ ਇਮੂਵੇਬਲ ਪ੍ਰੋਪਰਟੀ, ਉਹੀ ਮੈਂ ਗੱਲ ਕੀਤੀ, ਅਗਰ ਤੁਹਾਡੇ ਕੋਲ ਕੋਈ ਸ਼ਾਪ ਹੈ, ਕੋਈ ਲੈਂਡ ਹੈ, ਕੋਈ ਹਾਊਸ ਆ, ਉਹਦੇ ਤੋਂ ਤੁਹਾਨੂੰ ਰੈਂਟ ਮਿਲ ਰਿਹਾ ਤਾਂ ਉਹ ਵੀ ਇੱਕ ਤਰ੍ਹਾਂ ਦੇ ਕੀ ਆ ਸਾਡੀ ਡਾਇਰੈਕਟ ਇਨਕਮ। ਹੁਣ ਅਸੀਂ ਬੈਂਕ ਦੇ ਵਿੱਚ FD ਬਣਾਉਂਦੇ ਹਾਂ, FD 'ਤੇ ਸਾਨੂੰ ਇੰਟਰਸਟ ਮਿਲਦਾ, ਉਹ ਵੀ ਇੱਕ ਤਰ੍ਹਾਂ ਦੀ ਜਿਹੜੀ ਸੇਵਿੰਗ ਅਸੀਂ ਬੈਂਕ 'ਚ ਕਰਦੇ ਹਾਂ, ਦੈਟ ਇਜ਼ ਆਲਸੋ ਅ ਪਾਰਟ ਆਫ ਅ ਡਾਇਰੈਕਟ ਇਨਕਮ। ਹੁਣ ਅਸੀਂ ਵਿਆਹ ਸ਼ਾਦੀਆਂ ਦੇ ਜਿਹੜੇ ਸਾਨੂੰ ਗਿਫਟ ਮਿਲਦੇ ਆ ਪੈਸਿਆਂ ਦੇ, ਦੈਟ ਇਜ਼ ਆਲਸੋ ਅ ਟਾਈਪ ਆਫ ਡਾਇਰੈਕਟ ਇਨਕਮ, ਜੋ ਇਹਨਾਂ ਨੇ ਲਿਖਿਆ ਦ ਮਨੀ ਰਿਸੀਵਡ। ਅਗਰ ਕੋਈ ਸਾਡੇ ਘਰ ਗੈਸਟ ਆਉਂਦਾ ਹੈ ਤਾਂ ਉਹ ਸਾਨੂੰ ਦੇ ਕੇ ਜਾਂਦਾ ਹੈ, ਅਸੀਂ ਬਹੁਤ ਖੁਸ਼ ਹੁੰਦੇ ਹਾਂ ਨਾ, ਉਹ ਵਾਲੀ ਵੀ ਸਾਡੀ ਡਾਇਰੈਕਟ ਇਨਕਮ ਦੇ ਵਿੱਚ ਆ ਜਾਂਦੀ ਹੈ, ਠੀਕ ਹੈ। ਸੋ ਨੈਕਸਟ ਹੈਗਾ ਇਨਡਾਇਰੈਕਟ ਇਨਕਮ। ਇਨਡਾਇਰੈਕਟ ਇਨਕਮ ਉਹ ਹੁੰਦੀ ਆ ਦੈਟ ਦ ਫੈਮਿਲੀ ਰਿਸੀਵਸ ਇਨ ਦ ਫਾਰਮ ਆਫ ਸਰਵਿਸਿਜ਼ ਐਂਡ ਫੈਸਿਲਿਟੀਜ਼, ਠੀਕ ਹੈ। ਸੋ ਫਸਟਲੀ ਸਾਡੇ ਕੋਲ ਡਾਇਰੈਕਟ ਇਨਕਮ ਵਾਲਾ ਆ ਗਿਆ, ਆਪਾਂ ਡਾਇਰੈਕਟ ਇਨਕਮ ਵਾਲੀ ਡੈਫੀਨੇਸ਼ਨ ਲਿਖ ਸਕਦੇ ਹਾਂ। ਹੁਣ ਸੈਕਿੰਡ ਸਾਡੇ ਕੋਲ ਆ ਗਿਆ ਇਨਡਾਇਰੈਕਟ ਇਨਕਮ, ਠੀਕ ਹੈ। ਮੈਂ ਸ਼ਾਰਟ ਫਾਰਮ ਲਿਖ ਰਹੀ ਹਾਂ। ਅਗਰ ਯੂ ਵਾਂਟ ਦ ਨੋਟਸ ਆਫ ਆਲ ਦੀਸ, ਕਿ ਤੁਸੀਂ ਫਿਰ ਮੈਨੂੰ ਕਮੈਂਟ ਕਰਕੇ ਫਿਰ ਮੈਂ ਨੋਟਸ ਬਣਾ ਕੇ ਤੁਹਾਨੂੰ ਜ਼ਰੂਰ ਇੱਕ ਵੀਡੀਓ ਬਣਾਉਂਗੀ ਉਹਦੇ 'ਤੇ। ਸੋ ਇਨਡਾਇਰੈਕਟ ਇਨਕਮ ਕੀ ਹੁੰਦੀ ਆ? ਜਿਹੜੀ ਫੈਮਿਲੀ ਰਿਸੀਵ ਕਰਦੀ ਹੈ ਇਨ ਦ ਫਾਰਮ ਆਫ ਸਰਵਿਸਿਜ਼ ਐਂਡ ਫੈਸਿਲਿਟੀਜ਼। in its absence the family has to spend out of its direct income। मतलब अगर indirect income नहीं होएगी तो फैमिली ने अपनी डायरैक्ट इनकम चों स्पेंड करना पएगा। सो जी इनडायरैक्ट इनकम आ वो भी बहुत इंपॉर्टेंट होंगी आ। जिवें अगर तुसीं किसी जॉब ते लगे हो, राइट, अगर तुसीं मैडिकल लाइन दे विच किसी जॉब ते हो तो तुहानूं फ्री मैडिकल सर्विसिज मिल जांदियां, फ्री ट्रांसपोर्ट। अगर तुसीं किसी रेलवे ते लगे होए हो, रेलवे वर्कशॉप च लगे होए हो तो तुहानूं फ्री रेलवे दियां कुछ टिकट्स मिलदियां। दैट डिपेंड्स ऑन कि तुसीं किस लैवल ते काम कर रहे हो, ठीक है। उसी तरह कंसैशन द रेट्स ऑफ आइटम्स बैंक है ਉਹਦੇ 'ਚ ਵੀ ਬਹੁਤ ਸਾਰੀਆਂ ਮਿਲਦੀਆਂ ਹੋਣਗੀਆਂ ਇੱਦਾਂ ਹੈ ਨਾ ਕੰਸੈਸ਼ਨ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਸਾਡੀ ਇਨਕਮ 'ਚ ਐਡ ਹੁੰਦੀਆਂ ਨਾ, ਸਾਡੀ ਜਿਹੜੀ ਡਾਇਰੈਕਟ ਇਨਕਮ ਹੈ ਉਹਦੇ 'ਚੋਂ ਸੇਵਿੰਗਸ ਜਿਹੜੀਆਂ ਹੋ ਜਾਂਦੀਆਂ, ਠੀਕ ਹੈ। ਹੁਣ ਸਮ ਇਕਨੋਮਿਸਟ ਡਿਵਾਈਡ ਫੈਮਿਲੀ ਇਨਕਮ ਇਨਟੂ 3 ਕੈਟਾਗਰੀਜ਼। ਹੁਣ ਫਰਸਟਲੀ ਸਾਡੇ ਕੋਲ ਟਾਈਪਸ 2 ਕੈਟਾਗਰੀ ਨਾਲ ਕਹਿੰਦੇ ਇਨਕਮ ਨੂੰ ਡਿਵਾਈਡ ਕੀਤਾ, ਡਾਇਰੈਕਟ ਇਨਕਮ ਔਰ ਇਨਡਾਇਰੈਕਟ ਇਨਕਮ। ਹੁਣ ਫਰਦਰ ਕਹਿੰਦੇ ਇਕਨੋਮਿਸਟ ਨੇ ਹੋਰ ਵੀ 3 ਕੈਟਾਗਰੀਜ਼ 'ਚ ਡਿਵਾਈਡ ਕੀਤਾ ਹੈ। ਹੁਣ ਉਹ ਵਾਲੀਆਂ ਕਿਹੜੀਆਂ ਕੈਟਾਗਰੀਜ਼ ਨੇ? ਇਹਦੇ ਵਿੱਚ ਵੀ ਅਸੀਂ ਫੈਮਿਲੀ ਇਨਕਮ ਇੱਦਾਂ ਲਿਖ ਸਕਦੇ ਹਾਂ। ਸੋ ਵਾਟ ਆਰ ਦੀਜ਼ 3? ਦੈਟ ਇਜ਼ ਮਨੀ ਇਨਕਮ, real income, real income or psychic income। money income consists of money received, money income consists of money received in the form of salaries, wages। so सानू money मिलती है। money income is defined as the purchasing power of the flow of money available over a period of time। मतलब जो सानू सपोज करो ਅਸੀਂ कोई जॉब कर रहे हैं ਉਹਦੇ ਤੋਂ ਸਾਨੂੰ जो अगर मंथली मिलती है सैलरी तो मंथली मनी इनकम होगी, ठीक है। अगर मंथली है, ईयरली है, ਜਾਂ फिर अगर वो डे टू डे ਤੁਹਾਨੂੰ ਦੇ ਰਿਹਾ, ਵੀਕਲੀ है, वो डिपेंड करेगा। ਉਹ ਸਾਰੀ ਸਾਡੀ ਕੀ ਆ ਗਈ? मनी इनकम। ਹੁਣ ਰੀਅਲ ਇਨਕਮ ਕੀ ਆ? अपार्ट फ्रॉम मनी इनकम फैमिली रिसीव some goods and services also। real income kia is the flow of commodities and services available for the satisfaction of human wants and needs over a period of time। real income सानू money income तो भी मिलती है। अगर असी किसी जॉब ते लगे हैं, ठीक है, ਉਹਦੇ 'ਚ ਸਾਨੂੰ ਕੰਸੈਸ਼ਨ ਮਿਲ ਰਹੀ ਹੈ, ਸਾਨੂੰ ਕੋਈ ਚੀਜ਼ ਮਿਲ ਰਹੀ ਹੈ। ਹਾਂ ਹੁਣ ਸਪੋਜ਼ ਸਾਡੇ ਕੋਲ ਖੇਤ ਹੈ, ਲੈਂਡ ਹੈ, ਅਸੀਂ ਉੱਤੇ ਆਪਣੇ ਫਰੂਟਸ ਉਗਾ ਰਹੇ ਹਾਂ, ਵੈਜੀਟੇਬਲਸ ਉਗਾ ਰਹੇ ਹਾਂ, ਸਾਡੀ ਫੈਮਿਲੀ ਲਈ ਉਹ ਇੱਕ ਤਰ੍ਹਾਂ ਦੀ ਇਨਕਮ ਹੋ ਗਈ। ਮੀਨ ਸਾਨੂੰ ਪੈਸੇ ਨਹੀਂ ਖਰਚਣੇ ਪੈ ਰਹੇ, ਸਾਡੀ ਡਾਇਰੈਕਟ ਇਨਕਮ ਔਰ ਮਨੀ ਇਨਕਮ 'ਚੋਂ ਐਂਡ ਸਾਡੀ ਰੀਅਲ ਇਨਕਮ ਬਣ ਗਈ, ਠੀਕ ਹੈ। ਹੁਣ ਕਮਿਊਨਿਟੀ ਫੈਸਿਲਿਟੀਜ਼ ਵੀ ਜਿਵੇਂ ਗਵਰਨਮੈਂਟ ਸਕੂਲ ਹੋ ਗਈ, ਲਾਇਬ੍ਰੇਰੀਜ਼ ਹੋ ਗਈਆਂ, ਮਿਊਨਿਸਪਲ ਪਾਰਕਸ ਹੋ ਗਈਆਂ, ਇਹ ਸਾਰੀਆਂ ਕੀ ਹੈ? ਦੈਟ ਆਰ ਇਨਕਲੂਡਿਡ ਇਨ ਦ ਰੀਅਲ ਇਨਕਮ, ਕਿਉਂਕਿ ਅਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹਾਂ ਵਿਦਾਊਟ ਐਕਸਪੈਂਡਿੰਗ ਐਨੀ ਮਨੀ, ਠੀਕ ਹੈ। ਇਹ ਸਾਰਾ ਕੁਝ ਰੀਅਲ ਇਨਕਮ ਦਾ ਪਾਰਟ ਹੁੰਦਾ ਹੈ।
ਹੁਣ ਕਹਿੰਦੇ ਰੀਅਲ ਇਨਕਮ ਦੇ ਵਿੱਚ ਅੱਗੇ ਉਹਨਾਂ ਨੇ 3-4 ਪਾਰਟ ਦਿੱਤੇ ਹੋਏ ਆ। ਕਹਿੰਦੇ ਰੀਅਲ ਇਨਕਮ ਕੈਨ ਬੀ ਇਨਕਰੀਜ਼ਡ ਬਾय ਦ ਫੋਲੋਇੰਗ ਮੈਥਡਸ। ਇਹ ਅਗਰ ਤੁਹਾਨੂੰ ਆਏ ਕੁਐਸਚਨ ਲੰਬਾ ਤੇ ਤੁਸੀਂ ਸਾਰੀਆਂ ਐਡ ਕਰ ਸਕਦੇ ਹੋ। ਸਕਿਲਫੁਲ ਮੈਨੇਜਮੈਂਟ, ਪ੍ਰੋਪਰ ਯੂਜ਼ ਐਂਡ ਮੇਨਟੇਨੈਂਸ ਆਫ ਅਪਲਾਈਐਂਸਿਸ, ਫੈਮਿਲੀ ਕੰਜ਼ੰਪਸ਼ਨ, ਯੂਜ਼ ਆਫ ਕਮਿਊਨਿਟੀ ਫੈਸਿਲਿਟੀ, ਕੰਟਰੀਬਿਊਸ਼ਨ ਆਫ ਫੈਮਿਲੀ ਮੈਂਬਰਸ, ਇਹ ਸਾਰੀਆਂ ਤੁਸੀਂ ਲਿਖ ਸਕਦੇ ਹੋ। ठीक है, हुण आ गया साडे को साइकिक इनकम। साइकिक इनकम इज एक्चुअली द सैटिस्फैक्शन दैट इज ड्राइव फ्रॉम द रियल इनकम। हुण ये जो है ना तो ये रियल इनकम जो साइकिक इनकम है, मैं अगर तुहानूं दस्सां ना तो ये रियल इनकम हैगी है और ना ये मनी इनकम है एंड ना ये फैमिली जो है वो इनकम का पार्ट बनता है। अगर तुसी फैमिली की टोटल इनकम देखोगे ना, अगर तुसी कैलकुलेट करना चाहोगे तो पहली गल ये कैलकुलेट नहीं हो सकती। इट कैन नॉट बी कैलकुलेटेड। वाई? क्योंकि एक तरह की की होंदी है सैटिस्फैक्शन। ठीक है, सैटिस्फैक्शन होंदी है सानू। जिवें साडे मदर साडे लिए खाना बनाते हो, पैसे खर्च के फूड लैके आए हैं, ठीक है, उन्होंने बड़े प्यार नाल साडे लिए फूड बनाया। हुण जदों असीं वो फूड खादा, सानू ये बहुत असीं कहने बहुत स्वाद बनया, सैटिस्फैक्शन सानू मिली। एंड उही सैटिस्फैक्शन जदों सानू खुश देखदे आ, है ना, अपनी फैमिली नू खुश देखदे आ, तो जिहड़ी सैटिस्फैक्शन उन्हां नू मिलदी आ उन्नू साइकिक इनकम कहंदे आ। ठीक है, साइकिक इनकम कंसिस्ट ऑफ द सैटिस्फैक्शन विच पर्सन ड्राइव फ्रॉम देयर रियल इनकम। रियल इनकम चो पैसे खर्चे, उन्होंने अपना खाना बनाया एंड उन्होंने की हुई सैटिस्फैक्शन हुई। अगर सिमिलरली साढ़े पेरेंट्स साढ़े लिए कुछ लैके आए, कोई सर्विसेज मिलिया एंड सानू सैटिस्फैक्शन हुई उस चीज़ तो, सो बेसिकली साइकिक इनकम की आ, इट्स अ सैटिस्फैक्शन। ठीक है, बट हुण देखो सपोज करो एक फैमिली आ, उन्होंने सेम इनकम आ दो फैमिली की, ठीक है, बट ये कोई जरूरी नहीं कि फैमिली की इनकम जी आ वो सेम आ, बट उन्होंने जी साइकिक इनकम आ वो सेम हो। दैट डिपेंड्स ऑन द कंपोजिशन ऑफ द फैमिली, दैट डिपेंड्स ऑन द बिहेवियर ऑफ द फैमिली। ये हर एक फैमिली लिए डिफरेंट डिफरेंट होंगी है। कंपोजिशन किदा, सपोज करो ये वड्डी फैमिली है, ठीक है, ये मतलब ये जॉइंट फैमिली है, न्यूक्लियर फैमिली है, फैमिली इनकम दोवां दी सेम आ। हुण उही गल आ जाती है, ये फर्क होएगा साइकिक इनकम का, क्योंकि ਜਿਹੜੀਆਂ एक प्रोडक्ट ये लिया रहे ने सेम यू नो ਉਹਦਾ क्वांटिटी सेम है, वो ये जी है वो घट आएगी। सो लोगों की सैटिस्फैक्शन जी है घट होएगी। ये मतलब सिमिलर अमाउंट ऑफ सारिਆਂ ਨੂੰ मिलेगी, ये भी मिलेगी सिमिलर अमाउंट, बट वो थोड़ी होएगी। सो इट इज उन्नी सैटिस्फैक्शन नहीं मिलेगी। ठीक है, सो आई होप इट इज़ क्लीयर। सो वीडियो बहुत लंबी हो रही है, आई थिंक सो बजट वाला असीं नैक्सट वीडियो च गल करांगे। टिल देन बाय बाय। अगर वीडियो अच्छी लगी तो लाइक जरूर कर दिओ। बाय बाय, सी यू इन द नैक्सट वीडियो।